along with the comedy, then the message has to be clear. And family, what sort of message? The positive thinking we can understand. जी But is there any social message that you want the people to follow you? ਬਿਲਕੁਲ ਜੀ 100% ਇਹਦੇ 'ਚ ਤਾਂ ਵੈਸੇ ਕਾਫੀ ਜ਼ਿਆਦਾ ਨੇ ਜੀ। ਇਹਦੇ 'ਚ ਤਾਂ ਮੈਂ ਪਹਿਲਾਂ ਇੱਕ ਦੱਸਿਆ ਕਿ ਜਿਹੜਾ ਆਪਾਂ ਬਹੁਤ ਜਗ੍ਹਾ ਦੇ ਉੱਤੇ ਹਲੇ ਵੀ ਇਹ ਸੋਚਿਆ ਜਾਂਦਾ ਕਿ ਮੁੰਡੇ ਕੁੜੀਆਂ ਇਕੁਅਲ ਨਹੀਂ ਹੈਗੇ, ਹੈ ਨਾ। ਕੁੜੀਆਂ ਨੂੰ ਤੁਸੀਂ ਉਸ ਇਕੁਐਲਿਟੀ ਦੇ ਨਾਲ ਦੇਖਦੇ ਹੀ ਨਹੀਂ ਗੇ, ਤੁਸੀਂ ਕਹਿ ਦਿੰਦੇ ਹੋ ਪਰ ਕਰਦੇ ਨਹੀਂ ਗੇ ਉਸ ਚੀਜ਼ ਨੂੰ। ਸੋ ਉਹ ਚੀਜ਼ ਅਸੀਂ ਟੱਚ ਕੀਤੀ ਆ। ਔਰ ਦੂਸਰੀ ਇਹ ਟੱਚ ਕੀਤੀ ਆ, ਅੱਜ ਦਾ ਯੂਥ ਕਿਤੇ ਨਾ ਕਿਤੇ ਚਾਹੇ ਮੇਰੀ ਲਾਈਨ ਦੇ ਵਿੱਚ ਆ, ਮੇਰੀ ਇੰਡਸਟਰੀ ਦੇ ਵਿੱਚ ਆ, ਸਭ ਨੂੰ ਇੱਕ ਸ਼ਾਰਟਕਟ ਮਾਰਨ ਦੀ ਆਦਤ ਪੈ ਚੁੱਕੀ ਆ ਕਿ ਯਾਰ ਛੇਤੀ ਛੇਤੀ ਆਹ ਚੀਜ਼ ਹੋ ਜਾਵੇ, ਛੇਤੀ ਛੇਤੀ ਇੱਦਾਂ ਹੋ ਜਾਵੇ। ਸੋ ਕੰਮ ਮਿਹਨਤ ਹੀ ਆਉਂਦੀ ਆ। ਉਹ ਸਾਰੀਆਂ ਚੀਜ਼ਾਂ ਨੂੰ, ਕਿਉਂਕਿ ਮੇਰਾ ਕਰੈਕਟਰ ਆ ਜਿਹੜਾ ਉਹ ਜ਼ੀਰੋ ਤੋਂ ਸਟਰਗਲ ਕਰਕੇ ਹੀ ਚੱਲ ਰਿਹਾ, ਉਹਦੀ ਲਾਈਫ 'ਚੋਂ ਸਾਰੇ ਅਸੀਂ ਫੇਜ਼ਿਸ ਦਿਖਾਏ ਨੇ ਕਿ ਆਹ ਕਰਦਾ ਤਾਂ ਇੱਦਾਂ ਆਹ ਚੀਜ਼ ਹੁੰਦੀ ਆ, ਆਹ ਕਰੋਗੇ ਤਾਂ ਆਹ ਚੀਜ਼ ਹੁੰਦੀ ਆ। ਉਹ ਸਾਰੀਆਂ ਚੀਜ਼ਾਂ ਟੱਚ ਕੀਤੀਆਂ ਨੇ। ਓਵਰਆਲ ਜੇ ਅਸੀਂ ਕਾਮੇਡੀ ਦੀ ਗੱਲ ਕਰਦੇ ਹਾਂ, ਮੈਨੂੰ ਲੱਗਦਾ ਕਿ ਕਾਮੇਡੀ ਦੇ ਵਿੱਚ ਜਦੋਂ ਤੁਸੀਂ ਮੈਸੇਜ ਦਿੰਦੇ ਹੋ ਤਾਂ ਸਭ ਤੋਂ ਬੈਸਟ ਹੁੰਦਾ, ਕਿਉਂਕਿ ਮੈਸੇਜ ਉਹੀ ਰਾਈਟ ਜਾਂਦਾ ਜੇ ਤੁਸੀਂ ਇੰਟਰਟੇਨ ਹੋਏ। ਜੇ ਤੁਹਾਨੂੰ ਮੈਂ ਇੱਕ ਭਾਸ਼ਣ ਦੇਣ ਲੱਗ ਗਿਆ ਅਤੇ ਤੁਹਾਨੂੰ ਉਹ ਲੱਗਣਾ ਕਿ ਯਾਰ ਕੀ ਬੋਰਿੰਗ ਹੈ, ਚੱਲ ਯਾਰ ਤੂੰ ਦੱਸੇਗਾ ਸਾਨੂੰ। ਸੋ ਤਰੀਕੇ ਨਾਲ ਉਹ ਚੀਜ਼ ਦੱਸੀਏ। ਅਸੀਂ ਫਿਲਮਾਂ ਬਣਾਈਆਂ ਜਿੱਦਾਂ ਅਰਦਾਸ ਸੀ ਜੀ। ਅਰਦਾਸ ਇੱਕ ਬਿਲਕੁਲ ਰਿਲੀਜੀਅਸ ਸੋਸ਼ਲ ਫਿਲਮ ਸੀ ਜਿਹਦੇ 'ਚ ਸਾਰੇ ਪੰਜਾਬ ਦੇ ਅਸੀਂ ਜੋ ਇਸ਼ੂ ਸੀ ਸਾਰੇ ਪਿਕ ਕੀਤੇ, ਬਟ ਅਸੀਂ ਇੱਕ ਐਂਟਰਟੇਨਿੰਗ ਫਿਲਮ ਬਣਾਈ। ਦੈਟਸ ਵਾਈ ਉਹਦੀ ਗ੍ਰੋਸ ਹੋਈ। ਸੂਬੇਦਾਰ ਜੋਗਿੰਦਰ ਸਿੰਘ ਇੱਕ ਸੰਧੂ ਹੁੰਦਾ ਸੀ ਕਾਲਜ ਦਾ ਸਟੂਡੈਂਟ ਤੋਂ ਲੈ ਕੇ ਤੁਸੀਂ ਬੜੇ ਅੱਛੇ ਕਿਰਦਾਰ ਨਿਭਾਏ ਨੇ। ਇਹ 80s ਦਾ ਜਿਹੜਾ ਕਰੈਕਟਰ ਤੁਸੀਂ ਲੈ ਕੇ ਆਏ ਹੋ, ਯਾਦ ਦਿਵਾਤੇ ਤੁਸੀਂ ਸਾਡੇ ਜਵਾਨੀ ਦੇ ਜਦੋਂ ਅਸੀਂ ਵੀ ਬੈਲ ਬਾਟਮ ਪਾਉਂਦੇ ਸੀਗੇ। ਸ਼ਾਇਦ ਇਹਨਾਂ 'ਚ ਜਿਹੜੇ ਕੁਛ ਨਵੇਂ ਯੰਗਸਟਰ ਇਹਨਾਂ ਨੂੰ ਬੈਲ ਬਾਟਮ ਦੇ ਬਾਰੇ ਨਹੀਂ ਪਤਾ। ਕੁਛ ਇਸ ਕਰੈਕਟਰ ਔਰ ਪਿਕਚਰ ਉੱਤੇ ਰੋਸ਼ਨੀ ਪਾਓਗੇ? ਬਿਲਕੁਲ ਜੀ, ਰੋਸ਼ਨੀ ਪਾਉਂਦੇ ਹਾਂ। ਤੁਸੀਂ ਜ਼ਿਆਦਾ ਬੈਲ ਬਾਟਮ ਨਾ ਕਹੀ ਜਾਓ ਕਿਉਂਕਿ ਪਿੱਛੇ ਜੇ ਚੱਲੀ ਨਹੀਂ ਗਈ ਇੱਕ ਫਿਲਮ ਬੈਲ ਬਾਟਮ। ਸੋ ਮੈਂ ਪੰਜਾਬੀ 'ਚ ਬੋਲਾਂ ਜੀ, ਹਿੰਦੀ 'ਚ ਬੋਲਾਂ? ਮੈਂ ਕਿਉਂਕਿ ਮੈਂ ਜੇ ਹਿੰਦੀ 'ਚ ਵੀ ਬੋਲਿਆ ਤਾਂ ਅੱਧੀ ਤਾਂ ਪੰਜਾਬੀ ਹੋਊਗੀ ਉਹ, ਅਤੇ ਫਿਰ ਮੈਂ ਹਿੰਦੀ 'ਚ ਬੋਲਦਾ ਕੋਸ਼ਿਸ਼ ਕਰਕੇ ਜਿੰਨੀ ਕਿ ਤੁਹਾਨੂੰ। ਅੱਛਾ ਪੰਜਾਬੀ, ਠੀਕ ਹੈ। ਅਤੇ ਇਹ ਫਿਲਮ ਜੀ ਦੇਖੋ 80s ਦਾ ਇੱਕ ਉਹ ਲੇਟ 80s ਅਰਲੀ 90s ਦੀ ਫਿਲਮ ਹੈ। ਉਸ ਟਾਈਮ ਪੰਜਾਬ ਦੇ ਵਿੱਚ ਸਿੰਗਰ ਕਿਸ ਤਰ੍ਹਾਂ ਦੇ ਹੁੰਦੇ ਸੀ, ਡੁਇਟ ਜਿਹੜੀ ਪਰਫੋਰਮੈਂਸ ਹੁੰਦੀ ਸੀ, ਡੁਇਟ ਗਾਇਕੀ, ਉਹ ਬਹੁਤ ਜ਼ਿਆਦਾ ਲੋਕ ਸੁਣਨਾ ਪਸੰਦ ਕਰਦੇ ਸੀ। ਸੋ ਉਸ ਐਰੇ ਦੀ ਫਿਲਮ ਹੈ ਜਦੋਂ ਮੁਹੱਲੇ ਦੇ ਵਿੱਚ ਇੱਕ ਟੈਲੀਫੋਨ ਹੁੰਦਾ ਸੀ ਔਰ ਉਸ ਟੈਲੀਫੋਨ ਦੀ ਵੈਲਿਊ ਹੁੰਦੀ ਸੀ। ਬਾਹਰੋਂ ਕੋਈ ਫੋਨ ਕਰਦਾ ਸੀ, ਉਹ ਕਹਿੰਦਾ ਸੀ ਓਏ ਤੇਰਾ ਟੈਲੀਫੋਨ ਆਇਆ ਵਾ, ਗੁੱਲੀ ਦਾ ਟੈਲੀਫੋਨ ਆਇਆ, ਮਤਲਬ ਐਕਸਾਈਟਮੈਂਟ ਸੀ। ਸੋ ਜਿਹੜੀ ਅੱਜ ਦੀ ਚੀਜ਼ ਦੇ ਵਿੱਚ ਖਤਮ ਹੋ ਚੁੱਕੀ ਹੈ। ਸੋ ਅੱਜ ਉਹ ਚੀਜ਼ਾਂ ਨਹੀਂ ਰਹੀਆਂ, ਉਹ ਐਕਸਾਈਟਮੈਂਟ ਨਹੀਂ ਰਹੀ ਕਿਸੇ ਵੀ ਚੀਜ਼ ਦੀ। ਬਾਹਰਲੇ ਕੰਟਰੀ 'ਚ ਲੋਕ ਜਾਂਦੇ ਸੀ ਤਾਂ ਪਤਾ ਨਹੀਂ ਸੀ ਹੁੰਦਾ ਕਿ ਉਹ ਪਹੁੰਚ ਗਏ ਜਾਂ ਨਹੀਂ ਪਹੁੰਚ ਗਏ, ਚਿੱਠੀ ਆਊ ਜਾਂ ਹਫ਼ਤੇ ਬਾਅਦ ਟੈਲੀਫੋਨ ਆਊ। ਹੁਣ ਸਾਰੀਆਂ ਚੀਜ਼ਾਂ ਗਾਇਬ ਹੋ ਗਈਆਂ। ਸੋ ਪੀਰੀਅਡ ਇਹ ਉਹ ਹੈ। बट फिल्म इज़ बेस्ड ऑन के दो सिंगर है जिनका ग्रुप बाहरले कंट्री जाता वा तो उत्थे परफॉर्म करना उन्होंने। तो एक लॉटरी की टिकट पाई हुई है मैं, तो वो लॉटरी लग जाती है 21 लाख की जो असी ट्रेलर च दिखाया कि वो टिकट लॉस्ट हो जाती है। सो वो बंदे परफॉर्म करने की बजाय, अपना अच्छा परफॉर्म करने की बजाय लॉटरी की टिकट लभन लग जाते हैं। सो पानी च मधानी का जो रियल मीनिंग है वो भी यही है कि जो आप कोई काम करते हैं वो सिरे नहीं चढ़ता या वो कोई प्रॉब्लम आती रहती है, या कोई बंदा कोई गल समझा रहा वो इन्नी गल नूं लटका दे, वो कहता यार की पानी च मधानी पा ली ने, इस गल का कोई आउटपुट नहीं निकलनी। सो उस तरीके नाल मेरी जिंदगी की कोई आउटपुट नहीं निकलती, पानी च मधानी पा के बैठा। इट्स एन ऑलमोस्ट यू कैन से इट्स वैसे आउट एंड आउट कॉमेडी फिल्म जिस दे विच एक चंगा मैसेज है प्लस और रोमांस की फील है, क्योंकि लड़की नाल थ्रू आउट मुंडे कुड़ी की स्टोरी चलती है। जिन्हें कैरी ऑन जट्टा लिखी सी नरेश कतूरिया, सो सेम राइटर ने उसे, क्योंकि उस फ्लेवर बहुत मास्टर ने, उन्होंने लिखी हुई फिल्म है। तो विजय कुमार अरोड़ा जी, सो दादू सर उन्होंने डायरैक्ट की है फिल्म, तो प्रभजोत जी साढ़े प्रोड्यूसर ने फिल्म के, तो इन्होंने प्रोड्यूस की है। सानी साहब फिल्म में डिस्ट्रीब्यूट कर रहे हैं अराउंड द वर्ल्ड सारे पासे। तो वी आर सो एक्साइटेड जी, 2 साल बाद सिनेमे खुल रहे हैं। सो मैनू वैसे भी एक्साइटमेंट है क्योंकि तुसीं देखो जदों दे सिनेमे ओपन हुए हैं सिर्फ एक पंजाबी दी फिल्मां ने जिहड़ियां अच्छा काम कर रही ने। सो बॉलीवुड तो हाले कोई स्ट्रॉन्ग फिल्म ने किसी ने वर्क किया नहीं। सो सानू बहुत है कि असी फिल्म नू प्रमोट करिए, सब जगह जाइए। और फाइनली इस गल की भी खुशी है कि 2 साल बाद फिल्म आ रही है और फिल्म अच्छी बनी है, क्योंकि साढ़े को टाइम भी बहुत सी, असी बहुत टाइम स्पेंड किया इस फिल्म पर। कई चीज़ों की प्रॉब्लम सी क्योंकि पीरीयड फिल्म सी, उपर दी कोविड सी, जो बाहर जाके शूट करते सी, एक तो वैसे साढ़े लिए बहुत प्रॉब्लम सी क्योंकि UK 80s का दिखाना सी, इट्स एक्सपेंसिव फिल्म फॉर अस। तो उपर दी कोविड करके इन्ने प्रोटोकॉल्स फॉलो करने पैंदे सी,
ਜੇ ਯੂਨਿਟ ਦੇ ਵਿੱਚ ਕੋਈ ਦੂਰ ਨੇੜੇ ਆਏ ਨੂੰ ਵੀ ਇੱਕ ਨੂੰ ਕਿਸੇ ਨੂੰ ਪੋਜ਼ੀਟਿਵ ਆ ਜਾਂਦਾ ਸੀ, ਸਾਰਿਆਂ ਦੇ ਵਾਪਸ ਨੱਕ 'ਚ ਪਾ ਕੇ ਘੁਮਾਉਣ ਲੱਗ ਜਾਂਦੇ ਸੀ, ਕਹਿੰਦੇ ਚੈੱਕ ਕਰੋ ਜੀ ਕਿਸੇ ਹੋਰ ਨੂੰ ਤਾਂ ਨਹੀਂ ਹੋ ਗਿਆ। ਸੋ ਉਹ ਚੀਜ਼ਾਂ ਸੀਗੀਆਂ, ਬਟ ਪ੍ਰੋਡਕਟ ਬਹੁਤ ਅੱਛਾ ਬਣਿਆ ਐਂਡ ਵੀ ਆਰ ਸੋ ਹੈਪੀ ਐਂਡ ਐਕਸਾਈਟਿਡ। ਇਟਸ ਰਿਲੀਜ਼ਿੰਗ ਔਨ 5th of November। ਮੇਰਾ ਕੈਰੈਕਟਰ ਜੀ ਸਿੰਗਰ ਹੈ ਜਿਸ ਦਾ ਨਾਮ ਹੈ ਗੁੱਲੀ। ਬਹੁਤ ਫਿਲਮ 'ਚ ਦਿਖਾਇਆ ਕਿ ਅੱਛਾ ਸਿੰਗਰ ਹੈ, ਅੱਛਾ ਲਿਖਦਾ ਹੈ, ਅੱਛਾ ਗਾਉਂਦਾ ਹੈ, ਸਭ ਕੁਝ ਅੱਛਾ ਹੈ। ਕਿਤੇ ਨਾ ਕਿਤੇ ਇੱਕ ਜਿਹੜੀ ਖਾਸ ਕਰਕੇ ਮੈਨੂੰ ਲੱਗਦਾ ਕਿ ਥੋੜ੍ਹੀ ਜਿਹੀ ਇੰਡੀਆ 'ਚ ਮੈਂਟੈਲਿਟੀ ਹੈਗੀ ਆ, ਪੰਜਾਬ ਦੇ ਵਿੱਚ ਉਸ ਟਾਈਮ ਸੀ ਕਿ ਲੇਡੀਜ਼ ਨੂੰ ਆਪਣੇ ਇਕੁਅਲ ਨਹੀਂ ਸੀ ਮੰਨਦੇ, ਕਿ ਉਹ ਚੀਜ਼, ਉਹ ਇੱਕ ਜੈਲਸ ਫੈਕਟਰ ਮੇਰੇ ਕਰੈਕਟਰ ਦੇ ਵਿੱਚ ਕਿਤੇ ਕਿਤੇ ਅਸੀਂ ਦਿਖਾਇਆ ਵਾ ਕਿ ਕਿਵੇਂ ਉਹਨੂੰ ਫੀਲ ਹੁੰਦਾ ਕਿ। ਔਰ ਦੂਸਰਾ ਕੀ ਹੈ ਕਿ ਇੱਕ ਇਹ ਵੀ ਚੀਜ਼ ਸੀ ਕਿ ਟੈਲੈਂਟ ਕਿਸੇ ਦੇ ਵਿੱਚ ਮਰਜ਼ੀ ਹੋਵੇ, ਜੇ ਮੁੰਡਾ ਅਤੇ ਕੁੜੀ ਇਕੱਠੇ ਨੇ ਤਾਂ ਆਲਵੇਜ਼ ਆਪਣੀ ਸੁਸਾਇਟੀ ਨੂੰ ਗਲੈਮਰ ਜ਼ਿਆਦਾ ਅੱਛਾ ਲੱਗਿਆ ਹੈ। ਸੋ ਇੱਕ ਉਹ ਚੀਜ਼ ਵੀ, ਸੋ ਸਾਰੀਆਂ ਚੀਜ਼ਾਂ ਫਿਲਮ 'ਚ ਦਿਖਾਈਆਂ ਨੇ। ਅਤੇ ਮੇਰਾ ਕਰੈਕਟਰ ਇੱਕ ਸਿੰਗਰ ਹੈ ਜਿਹੜਾ ਥੋੜ੍ਹਾ ਜਿਹਾ ਕਦੇ ਕਦੇ ਉਹਦਾ ਫੋਕਸ ਡਾਇਵਰਟ ਹੋ ਜਾਂਦਾ ਅਤੇ ਉਹਨੂੰ ਸਮਝ ਨਹੀਂ ਲੱਗਦੀ ਕਿ ਵਾਟ ਟੂ ਡੂ, ਅਤੇ ਮੈਂ ਕੀ ਬੋਲਣਾ ਅਤੇ ਮੈਨੂੰ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ। ਬਟ ਇਹ ਸਾਰੀਆਂ ਚੀਜ਼ਾਂ ਅਸੀਂ ਇੱਕ ਕਾਮੇਡੀ ਵੇ 'ਚ ਦਿਖਾਈਆਂ ਨੇ, ਲਿਟਲ ਸਟਾਇਰ ਵੀ ਇਹ ਕਹਿ ਸਕਦੇ ਹਾਂ, ਬਟ ਹਿਊਮਰ ਦੇ ਵਿੱਚ ਸਾਰਾ ਕੁਝ ਪ੍ਰੈਜ਼ੈਂਟ ਕੀਤਾ। ਕਰੈਕਟਰ ਤਾਂ ਬਿਲਕੁਲ ਇਸ ਤਰ੍ਹਾਂ ਦਾ ਰੀਅਲ ਕੋਈ ਨਹੀਂ ਹੈ, ਕਿਉਂਕਿ ਮੈਨੂੰ ਪਤਾ ਨਹੀਂ ਹੈ ਕਿ ਕਿਸੇ ਦੀ ਸਟੋਰੀ ਜਾਂ ਕੋਈ ਬੰਦਾ ਇਸ ਤਰ੍ਹਾਂ ਦਾ ਹੋਵੇ। ਬਟ ਹਾਂ, ਇਸ ਤਰ੍ਹਾਂ ਦੇ ਪੰਜਾਬ ਸਾਡੇ ਸਿੰਗਰ ਬਹੁਤ ਜ਼ਿਆਦਾ ਸੀ 80s ਦੇ ਵਿੱਚ ਨਾ, 80s 90s ਉਸ ਪੂਰੇ ਦੌਰ ਦੇ ਵਿੱਚ। ਚਮਕੀਲਾ ਜੀ, ਸਦੀਕ ਸਾਹਿਬ, ਸੋ ਜਿਨ੍ਹਾਂ ਨੇ ਡੋਇਟ ਗਾਇਆ ਅਤੇ ਲੋਕਾਂ ਨੇ ਬਹੁਤ ਪਸੰਦ ਕੀਤਾ। ਈਵਨ ਜਦੋਂ ਅਸੀਂ ਇਹ ਲੁੱਕ ਵੀ ਤਿਆਰ ਕੀਤੀ, ਮੇਰੇ ਬਾਲ ਲੰਬੇ ਸੀ, ਸੋ ਉਸ ਲੁੱਕ ਦੇ ਲਈ ਅਸੀਂ ਜਿਹੜਾ ਵੀ ਉਸ ਟਾਈਮ ਦਾ ਸਿੰਗਰ ਕਰਦੇ ਸੀ ਉਹਨਾਂ ਦੇ ਸਭ ਦੇ ਬਾਲ ਲੰਬੇ ਸੀਗੇ, ਹੈ ਨਾ। ਬਟ ਇੱਕ ਚੀਜ਼ ਬਹੁਤ, ਕਿਉਂਕਿ ਮੈਂ ਖੁਦ ਸਿੰਗਰ ਹਾਂ, ਬਹੁਤ ਜ਼ਿਆਦਾ ਡਿਫਰੈਂਸ ਹੈ, ਕਿਉਂਕਿ ਉਹ ਇੰਨੇ ਸਿੰਪਲ ਸੀ। ਉਹ ਜਦੋਂ ਸਟੇਜ 'ਤੇ ਚੜ੍ਹਦੇ ਸੀ ਉਹਨਾਂ ਦਾ ਸਿਰਫ ਇੱਕ ਹੀ ਪਰਪਸ ਹੁੰਦਾ ਸੀ ਕਿ ਆਡੀਅנס ਖੁਸ਼ ਹੋਏ। ਅੱਜ ਜਦੋਂ ਆਰਟਿਸਟ ਸਟੇਜ 'ਤੇ ਚੜ੍ਹਦਾ, ਉਹਦੇ ਬੜੇ ਪਰਪਸ ਹੁੰਦੇ ਆ ਕਿ ਮੈਂ ਕਿੱਦਾਂ ਦਾ ਲੱਗ ਰਿਹਾ, ਮੇਰੇ ਕੱਪੜੇ ਠੀਕ ਲੱਗ ਰਿਹਾ, ਮੇਰੇ ਸ਼ੂ ਠੀਕ ਲੱਗ ਰਿਹਾ, ਮੇਰੀਆਂ ਫੋਟੋਆਂ ਕਿੱਥੋਂ ਖਿੱਚ ਹੋਣਗੀਆਂ, ਮੈਂ ਸੋਸ਼ਲ ਮੀਡੀਆ 'ਤੇ ਇੱਥੇ ਸਨੈਪਚੈਟ ਬਣਾ ਲਿਓ, ਜਦੋਂ ਲੋਕ ਹੂਟਿੰਗ ਕਰਨਗੇ ਇਹ ਹੋਏਗਾ ਉਹ ਹੋਏਗਾ। ਮਤਲਬ ਆਰਟਿਸਟ ਦਾ ਫੋਕਸ ਆ ਜਿਹੜਾ ਬਹੁਤ ਜਗ੍ਹਾ 'ਤੇ ਡਿਵਰਟ ਹੋਇਆ ਹੁੰਦਾ ਅੱਜ ਦੀ ਡੇਟ ਦੇ ਵਿੱਚ। ਐਟ ਦੈਟ ਟਾਈਮ ਦੇਰ ਇਜ਼ ਓਨਲੀ ਵਨ ਪਰਪਸ, ਟੂ ਮੇਕ ਆਰ ਆਡੀਅੰਸ ਹੈਪੀ, ਦੈਟਸ ਇਟ। ਸੋ ਉਹ ਇੱਕ ਉਸ ਤਰ੍ਹਾਂ ਦਾ ਕਰੈਕਟਰ ਹੈ। ਗੀਤਿਕਾ ਜੀ ਫਿਲਮ ਦੇ ਵਿੱਚ ਇੱਧਰ ਕਿੱਧਰ ਹੈ ਜੀ? ਇੱਧਰ ਪਤਾ ਨਹੀਂ ਲੱਗ ਰਿਹਾ ਜੀ ਇੱਧਰ। ਅੱਛਾ ਠੀਕ। ਫਿਲਮ ਦੇ ਵਿੱਚ ਕਰੋਨਾ ਟਾਈਮ ਸੀਗਾ, ਤੇ ਕਿਸ ਤਰ੍ਹਾਂ ਦੀ ਮੁਸ਼ਕਿਲਾਂ ਤੁਹਾਨੂੰ ਆਈ ਫਿਲਮ ਦੇ ਵਿੱਚ ਇੰਡੀਆ ਔਰ ਇੰਗਲੈਂਡ? ਬਹੁਤ ਜ਼ਿਆਦਾ ਮੁਸ਼ਕਿਲਾਂ ਆਈਆਂ ਜੀ। ਪਹਿਲਾਂ ਤਾਂ ਮੈਂ ਦੱਸਦਾ ਜੀ, ਜਦੋਂ ਅਸੀਂ ਸਾਰੇ ਜਾਣੇ ਪਹੁੰਚੇ UK ਅਤੇ ਸਾਰਿਆਂ ਦੇ ਕੋਵਿਡ ਟੈਸਟ ਹੋਏ, ਤਾਂ ਵਿੱਚੋਂ ਦੋ ਜਾਣੇ ਪੋਜ਼ੀਟਿਵ ਨਿਕਲਿਆ ਹੈ। ਇੱਕ ਐਕਟਰ ਸੀਗੇ ਗੁਰਮੀਤ ਸਾਜਨ ਜੀ, ਅਤੇ ਇੱਕ ਹੋਰ ਸੀ ਕੋਈ ਕਾਸਟਿਊਮ ਡਿਪਾਰਟਮੈਂਟ ਦੇ ਵਿੱਚ। ਸੋ ਕਾਸਟਿਊਮ ਦੋਨਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ। ਸੋ ਜਿਹੜੇ ਬੰਦੇ ਉਹਨਾਂ ਨੂੰ ਮਿਲੇ ਸੀ ਉਹਨਾਂ ਨੂੰ ਵੀ ਕੁਆਰੰਟੀਨ ਕਰ ਦਿੱਤਾ ਗਿਆ। ਸੋ ਫਿਰ 2 ਦਿਨਾਂ ਬਾਅਦ ਉਹਨਾਂ ਦੇ ਸਾਰਿਆਂ ਦੇ ਟੈਸਟ ਹੋਏ ਜਿਹੜੇ ਨਾਲ ਵਾਲੇ ਸੀ, ਹੈ ਨਾ, ਉਹ ਠੀਕ ਨਿਕਲੇ। ਚਲੋ ਉਹਨਾਂ ਨੂੰ ਕਿਹਾ ਕਿ ਤੁਸੀਂ ਕਰ ਸਕਦੇ ਹੋ ਸ਼ੂਟ। ਬਟ ਜਿਹੜੇ ਉਹ ਆਰਟਿਸਟ ਕੁਆਰੰਟੀਨ ਹੋ ਗਏ, ਉਹ ਰੋਲ ਬਹੁਤ ਇੰਪੋਰਟੈਂਟ ਸੀਗਾ, ਅਤੇ ਉਹਨਾਂ ਦਾ 3-4 ਦਿਨ ਬਾਅਦ ਫਿਰ ਟੈਸਟ ਕੀਤਾ, ਉਹ ਫਿਰ ਪੋਜ਼ੀਟਿਵ। ਫਿਰ 2 ਆਰਟਿਸਟ ਆਉਣੇ ਸੀ ਪਾਕਿਸਤਾਨ ਤੋਂ, ਇੱਕ ਤਾਂ ਇਫਤਿਖਾਰ ਠਾਕੁਰ ਸਾਹਿਬ ਜੋ ਆਏ ਹੋਏ ਨੇ ਜਿਹੜੇ ਨਿੰਬੂ ਖੱਟੇ ਵਾਲੇ ਨੇ, ਅਤੇ ਇੱਕ ਹੋਰ ਆਰਟਿਸਟ ਆਉਣੇ ਸੀ। ਉਹਨਾਂ ਨੂੰ ਚੜ੍ਹਨ ਤੋਂ ਪਹਿਲਾਂ ਹੀ ਉਹ ਪੋਜ਼ੀਟਿਵ ਹੋ ਗਏ, ਉਹਨਾਂ ਨੂੰ ਚੜ੍ਹਨ ਹੀ ਨਹੀਂ ਦਿੱਤਾ ਗਿਆ। ਅਤੇ ਅਸੀਂ ਕਿਹਾ ਯਾਰ ਕੀ ਕਰੀਏ। ਔਰ ਰੋਲ ਕੀ ਸੀ ਕਿ ਜਾਂ ਉਹਨਾਂ ਦੇ ਨਾਲ ਸੀਨ ਨੇ ਜਾਂ ਉਹਨਾਂ ਦੇ ਨਾਲ ਸੀਨ ਨੇ। ਮੇਰੇ ਅਤੇ ਨੀਰੂ ਜੀ ਵਾਲਾ ਜਿਹੜਾ ਸੋਲੋ ਪਾਰਟ ਸੀ, ਗਾਣੇ ਗੁਣੇ ਸੀ, ਉਹ ਅਸੀਂ ਕਰ ਲਿਆ, ਸਮਝ ਨਾ ਆਵੇ। ਫਿਰ ਗੁਰਪ੍ਰੀਤ ਘੁੱਗੀ ਜੀ ਸਾਡੇ ਪੰਜਾਬ ਦੇ ਬਹੁਤ ਵੱਡੇ ਆਰਟਿਸਟ ਨੇ, ਉਹਨਾਂ ਨੂੰ ਕਾਲ ਕੀਤੀ ਐਮਰਜੈਂਸੀ 'ਚ। ਮੈਂ ਘੁੱਗੀ ਭਾਜੀ ਵੀ ਕੋਈ ਆਪਸ਼ਨ ਨਹੀਂ ਰਹੀ, ਬਸ ਇਸ ਜਹਾਜ਼ ਨੂੰ ਤਾਂ ਤੁਸੀਂ ਉਹ ਪਾਰ ਲਾ ਸਕਦੇ ਹੋ, ਆ ਜਾਓ ਬਸ UK। ਉਹ ਕਹਿੰਦੇ ਮੇਰੇ ਕੋਲ ਵੀਜ਼ਾ ਨਹੀਂ। ਅਸੀਂ ਫਟਾਫਟ ਉਹਨਾਂ ਦਾ, ਮੈਨੂੰ ਯਾਦ ਆ, ਵਿਦਨ 1 ਦਿਨ ਵਾਲਾ ਜਿਹੜਾ ਉਹ ਪ੍ਰੋਸੈਸ ਆ, ਫਾਸਟ ਪ੍ਰੋਸੈਸ ਆ UK ਵਾਲੇ ਦਿੰਦੇ ਪ੍ਰਾਇਰਟੀ ਦੇ ਉੱਤੇ, ਉਹ ਕੀਤਾ। ਘੁੱਗੀ ਭਾਜੀ ਦਿੱਲੀ ਆਏ ਮੇਰੇ ਕਹਿਣ 'ਤੇ ਵਿਚਾਰੇ ਬਹੁਤ, ਉਹਨਾਂ ਨੇ ਫਟਾਫਟ ਉਹਨਾਂ ਨੇ ਰੋਲ ਵੀ ਨਹੀਂ ਉਹਨਾਂ ਨੂੰ ਮੈਂ ਦੱਸਿਆ, ਕੁਝ ਨਹੀਂ ਦੱਸਿਆ। ਮੈਂ ਕਿਹਾ ਭਾਜੀ ਟਾਈਮ ਹੀ ਨਹੀਂ ਹੈ ਵੀ ਬਸ ਤੁਸੀਂ ਆ ਜਾਓ, ਤੁਸੀਂ ਬਸ, ਹੈ ਨਾ। ਅਤੇ ਉਹ ਚੜ੍ਹ ਗਏ, ਉੱਥੋਂ ਉਤਰੇ। ਜਦੋਂ ਉਤਰ ਕੇ ਉਹਨਾਂ ਦਾ ਪਹਿਲਾਂ ਕੋਵਿਡ ਟੈਸਟ ਹੋਇਆ, ਸਵੇਰੇ ਉਹ ਸ਼ੂਟਿੰਗ 'ਤੇ ਆਏ, ਅਤੇ ਉਹਨਾਂ ਨੂੰ ਸਾਰਾ ਨਰੇਸ਼ਨ ਦਿੱਤੀ ਅਸੀਂ ਕਿ ਆਹ ਰੋਲ ਹੈ, ਆਪਾਂ ਆਹ ਐਕਸੈਂਟ ਕਰਨਾ ਹੈ। ਪ੍ਰਮੋਟਰ ਨੇ ਉਹ ਫਿਲਮ ਦੇ ਵਿੱਚ ਇੱਦਾਂ ਕਰਨਾ, ਸਭ ਕੁਝ ਹੋ ਗਿਆ। ਉਹਨਾਂ ਨੇ ਫਾਈਨਲੀ ਰਿਹਰਸਲ ਸਾਨੂੰ ਕਰਕੇ ਦਿਖਾਈ ਕਿ ਮੈਂ ਇੱਦਾਂ ਪਰਫੋਰਮ ਕਰੂੰ। ਅਸੀਂ ਬੜੇ ਖੁਸ਼, ਬੜੀਆਂ ਜੱਫੀਆਂ ਪਾਈਆਂ। ਜਾਨੂੰ ਤਿਆਰ ਹੋ ਕੇ ਸੈੱਟ ਕਰਨ ਲੱਗੇ, ਉਹਨਾਂ ਦੀ ਰਿਪੋਰਟ ਆ ਗਈ ਇਜ਼ ਪੋਜ਼ੀਟਿਵ ਟੂ। ਅਤੇ ਅਸੀਂ ਕਿਹਾ ਯਾਰ ਇਹ ਕੀ ਹੋ ਰਿਹਾ। ਅਤੇ ਉਹ ਪੋਜ਼ੀਟਿਵ ਹੋਏ, ਅਤੇ ਹੁਣ ਮੈਂ ਵੀ ਉਹਨਾਂ ਨੂੰ ਮਿਲ ਲਿਆ ਜੱਫੀਆਂ ਪਾ ਕੇ। ਨੀਰੂ ਜੀ ਤਾਂ ਰੋਣ ਲੱਗ ਗਏ ਉੱਚੀ ਕਿ ਉਹ ਵੀ ਮਿਲਨੇ ਸੀ ਘੁੱਗੀ ਭਾਈ ਨੂੰ, ਸਾਰਾ ਯੂਨਿਟ ਮਿਲ ਲਿਆ। ਉਹ ਕਹਿੰਦੇ ਕਿਉਂ ਲੈ ਕੇ ਆਏ ਘੁੱਗੀ ਜੀ ਨੂੰ ਸੈੱਟ 'ਤੇ, ਜਿੰਨੀ ਦੇਰ ਰਿਪੋਰਟ ਨਹੀਂ ਸੀ ਆਈ, ਇਹ ਨਹੀਂ ਸੀ ਆਇਆ।
ਬਟ ਹੁਣ ਉਹਨਾਂ ਨੂੰ ਕੋਈ ਸਿੰਪਟਮ ਹੈ ਨਹੀਂ ਸੀ, ਹੀ ਓਕੇ। ਔਰ ਇੰਡੀਆ ਤੋਂ ਟੈਸਟ ਕਰਵਾ ਕੇ ਗਏ ਸੀ ਤੇ ਫਿਰ ਉਹੀ ਪ੍ਰੋਬਲਮ ਤੇ ਸਾਰਾ ਕੁਝ ਹੈ ਨਹੀਂ। ਇਹ ਜਦੋਂ ਸਟਾਰਟ ਹੋਇਆ ਵਾ ਹੈ ਸਤੰਬਰ ਤੇ ਉਦੋਂ ਦੀ ਗੱਲ, ਉਦੋਂ ਬਹੁਤ ਪੀਕ ਤੋਂ ਬਾਅਦ ਇੱਕ ਵਾਰੀ ਬਾਹਰ ਨਿਕਲੇ ਸੀਗੇ ਤੇ ਮੈਨੂੰ ਯਾਦ ਆ ਕਿ UK 'ਚ ਜਿਹੜੀ ਪਹਿਲੀਆਂ ਫਿਲਮਾਂ ਸ਼ੁਰੂ ਹੋਈਆਂ ਸੀ ਆਫਟਰ ਉਦੋਂ ਸਾਡੀ ਹੋਈ ਸੀ ਹੈ ਨਾ, ਤੇ ਬਹੁਤ ਪ੍ਰੋਬਲਮ ਰਹੀ। ਫਿਰ 2-3 ਨੈਕਸਟ ਡੇ ਘੁੱਗੀ ਭਾਜੀ ਨੂੰ ਦੁਬਾਰਾ ਚੈੱਕ ਕਰਾਇਆ ਸਾਰਾ ਕੁਝ, ਉਹਨਾਂ ਦੇ ਐਂਟੀਬੋਡੀ ਸੈੱਲ ਬਣ ਗਏ ਸੀ। ਉਹ ਕਹਿੰਦੇ ਵੀ ਇਹਨਾਂ ਦੇ ਨਾ ਵੈਸੇ ਰਿਪੋਰਟ 'ਚ ਆ ਰਿਹਾ ਪੋਜ਼ੀਟਿਵ, ਬਟ 1-2 ਦਿਨ 'ਚ ਨਿਕਲ ਜੂ ਕਿਉਂਕਿ ਇਹਨਾਂ ਤੋਂ ਕਿਸੇ ਨੂੰ ਹੋਣਾ ਨਹੀਂ, ਕਿਉਂਕਿ ਇਹਨਾਂ ਦੇ ਐਂਟੀਬੋਡੀ ਸੈੱਲ ਬਣ ਚੁੱਕੇ ਨੇ, ਹੀ ਇਜ਼ ਓਕੇ। ਉਹ ਫਿਰ ਸਾਡੇ ਵਾਪਸ ਕਰਾਏ ਗਏ ਕਿ ਸਾਨੂੰ ਤਾਂ ਨਹੀਂ, ਮਤਲਬ ਮੈਨੂੰ ਤਾਂ ਇੰਨਾ ਹੀ ਆਦਤ ਪੈ ਗਈ ਸੀ ਆ ਘੁਮਾਉਣ ਦੀ ਨੱਕ 'ਚ, ਮਤਲਬ ਹਰ ਚੌਥੇ 5ਵੇਂ ਦਿਨ ਹੋ ਜਾਂਦਾ ਸੀਗਾ। ਸੋ ਫਾਈਨਲੀ 4 ਦਿਨਾਂ ਬਾਅਦ ਘੁੱਗੀ ਭਾਜੀ ਦੀ ਰਿਪੋਰਟ ਨੈਗੇਟਿਵ ਆ ਗਈ। ਫਿਰ ਅਸੀਂ ਸਟਾਰਟ ਕੀਤਾ ਤੇ ਉਸ ਤੋਂ ਬਾਅਦ ਟੱਚਵੁੱਡ ਕੋਈ ਪ੍ਰੋਬਲਮ ਨਹੀਂ ਆਈ, ਸਾਰਾ ਕੁਝ ਸਮੂਥ ਰਿਹਾ। ਮੇਰੇ ਗਾਣੇ ਹੈਗੇ ਜੀ 1 2 3 4 ਗਾਣੇ ਮੇਰੇ ਹੈਗੇ ਜੀ। ਇੱਕ ਜਸਵੀਰ नीरू बाजवा जी, वो मैं सिंगर हूँ जी, वो भी सिंगर है। वो फीमेल जो पार्ट स्टेज पे प्ले करते हैं वो है, और दोनों का ग्रुप है, तो UK जाते हैं तो वो सारा टूर करते हैं।